ਧੰਨ ਵਾਹਿਗੁਰੂ ਸਾਹਿਬ ਜੀਓ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ। ਲਬ ਲੋਭ ਅਹੰਕਾਰ ਚੁਕਾ, ਸਤ ਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪ ਜੀਆਂ ਦੇ ਨਾਲ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਲੜੀਵਾਰ ਪਿਛਲੇਰੇ ਦਿਨਾਂ ਤੋਂ ਸਾਂਝੀਆਂ ਕਰ ਰਿਹਾ ਹਾਂ। ਸੋ ਤਿਸ ਲੜੀ ਦੇ ਤਹਿਤ 13ਵੀਂ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੇ ਰਾਹੀਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀਵਨ ਦੇ ਕਿਹੜੇ ਵਡਮੁੱਲੇ ਸਿਧਾਂਤ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਇਸ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਡੇ ਜੀਵਨ ਦੇ ਅੰਦਰ ਅੰਮ੍ਰਿਤ ਦੀ ਦਾਤ ਕਿਵੇਂ ਆ ਸਕਦੀ ਹੈ ਅਤੇ ਜਦੋਂ ਅੰਮ੍ਰਿਤ ਸਾਡੇ ਜੀਵਨ ਦੇ ਅੰਦਰ ਆਉਂਦਾ ਹੈ ਉਦੋਂ ਜੀਵਨ ਦੇ ਵਿੱਚ
ਕਿਹੜੀ ਤਬਦੀਲੀ ਆਉਂਦੀ ਹੈ ਅਤੇ ਇਸ ਅੰਮ੍ਰਿਤ ਦੀ ਲਾਲਸਾ ਕਿਹਨਾਂ ਦੇ ਹਿਰਦਿਆਂ ਦੇ ਅੰਦਰ ਬਣੀ ਰਹਿੰਦੀ ਹੈ। ਇਸ ਨੁਕਤੇ ਨੂੰ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਬਿਆਨਿਆ ਹੈ। ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਅੰਮ੍ਰਿਤ ਹੈ ਕੀ। ਤੇ ਜਦੋਂ ਆਪਾਂ ਵੈਦਿਕ ਗ੍ਰੰਥਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤੇ ਉਹਨਾਂ ਦੇ ਪਰਥਾਏ ਇਹ ਜਿਹੜਾ ਅੰਮ੍ਰਿਤ ਸ਼ਬਦ ਹੈ ਇਸ ਦੀਆਂ ਕੁਝ ਕੁ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਰੱਖੀਆਂ ਗਈਆਂ ਨੇ। ਵੈਸੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਅੰਮ੍ਰਿਤ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਤੇ ਦੋ ਸ਼ਬਦਾਂ ਦਾ ਇਹ ਮੇਲ ਹੈ ਐ ਪਲਸ ਮ੍ਰਿਤ। ਬੜੇ ਸੋਹਣੇ ਅਰਥ ਕੀਤੇ ਨੇ ਇਸ ਦੇ ਵਿਦਵਾਨਾਂ ਨੇ। ਉਹ ਪਦਾਰਥ ਜਿਸ ਨੂੰ ਪ੍ਰਾਪਤ ਕਰਕੇ ਮ੍ਰਿਤਿੂ ਤੋਂ ਰਹਿਤ ਹੋਇਆ ਜਾ ਸਕੇ, ਮ੍ਰਿਤਿੂ ਤੋਂ ਬਚਿਆ ਜਾ ਸਕੇ। ਤੇ ਮੈਂ ਇਹ ਬੇਨਤੀ ਕਰਾਂ, ਜਦੋਂ ਅੰਮ੍ਰਿਤ ਦੀ ਗੱਲ ਵੈਦਿਕ ਗ੍ਰੰਥਾਂ ਦੇ ਵਿੱਚ ਆਈ ਤੇ ਅੰਮ੍ਰਿਤ ਦੀ ਪਰਿਭਾਸ਼ਾ ਜਿਹੜੀ ਹੈ ਉਹ ਇਸ ਢੰਗ ਦੇ ਨਾਲ ਸਾਡੇ ਸਾਹਮਣੇ ਕੀਤੀ ਗਈ ਕਿ ਇਹੋ ਜਿਹਾ ਕੋਈ ਪਦਾਰਥ ਜ਼ਿੰਦਗੀ ਦੇ ਵਿੱਚ ਇਨਸਾਨ ਦੀ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਾਪਤ ਕਰਕੇ ਉਹਨੂੰ ਮ੍ਰਿਤਿੂ ਨਹੀਂ ਹੁੰਦੀ, ਉਹ ਅਮਰ ਹੋ ਜਾਂਦਾ ਹੈ। ਉਹਨਾਂ ਦਾ ਖਿਆਲਾਤ ਜਿਹੜਾ ਹੈ ਉਹ ਸਰੀਰ ਦੀ ਮ੍ਰਿਤਿੂ ਦਾ ਹੈ, ਸਰੀਰ ਦੇ ਮਰਨ ਦਾ ਹੈ, ਵੀ ਸਰੀਰ ਕਰਕੇ ਕੋਈ ਇਸ ਅੰਮ੍ਰਿਤ ਨੂੰ ਪੀ ਕੇ, ਇਸ ਪਦਾਰਥ ਨੂੰ ਪ੍ਰਾਪਤ ਕਰਕੇ ਮਰਦਾ ਨਹੀਂ ਹੈ, ਉਹ ਅਮ੍ਰਿਤ ਹੋ ਜਾਂਦਾ ਹੈ। ਪਰ ਗੁਰਮਤਿ ਨੇ ਇਸ ਸ਼ਬਦ ਨੂੰ ਬੜੇ ਹੀ ਨਿਵੇਕਲਿਆਂ ਅਰਥਾਂ ਦੇ ਵਿੱਚ ਸਾਡੇ ਸਾਹਮਣੇ ਰੱਖਿਆ। ਵੈਸੇ ਮੈਂ ਇਹ ਬੇਨਤੀ ਕਰਦਿਆਂ ਕਿ ਇਹ ਅੰਮ੍ਰਿਤ ਸ਼ਬਦ ਜਿਹੜਾ ਹੈ ਬੜਾ ਪੁਰਾਣਾ ਸ਼ਬਦ ਹੈ, ਵੇਦਾਂ ਦੇ ਵਿੱਚ ਵੀ ਸਾਨੂੰ ਮਿਲ ਜਾਵੇਗਾ। ਜਦੋਂ ਆਪਾਂ ਵਿਸ਼ਨੂੰ ਪੁਰਾਣ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ, ਜਦੋਂ ਦੇਵਤਿਆਂ ਨੇ ਤੇ ਦੈਂਤਾਂ ਨੇ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਜਿਹੜੇ ਸਨ ਉਹ ਬਾਹਰ ਨਿਕਲੇ, ਪ੍ਰਾਪਤ ਹੋਏ। ਉਹਨਾਂ 14 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ ਅੰਮ੍ਰਿਤ। ਅੰਮ੍ਰਿਤ ਦਾ ਘੜਾ ਇਹ ਮੰਨਿਆ ਜਾਂਦਾ ਹੈ ਵੀ ਉਸ ਸਮੁੰਦਰ ਦੇ ਵਿੱਚੋਂ ਰਿੜਕਣ ਦੇ ਨਾਲ ਨਿਕਲਿਆ ਤੇ ਇਸ ਨੂੰ ਪ੍ਰਾਪਤ ਕਰਨ ਦੇ ਲਈ ਦੈਂਤਾਂ ਦੀ ਤੇ ਦੇਵਤਿਆਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ, ਉਹਨਾਂ ਦਾ ਝਗੜਾ ਹੋ ਗਿਆ। ਉਸ ਝਗੜੇ ਦੇ ਦੌਰਾਨ ਇਸ ਦੇ ਕੁਝ ਕੁ ਤੁਬਕੇ ਜਿਹੜੇ ਸਨ ਉਹ ਧਰਤੀ ਦੇ ਉੱਤੇ ਡਿੱਗੇ ਤੇ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਤੁਬਕੇ ਡਿੱਗੇ ਉਹਨਾਂ ਥਾਵਾਂ ਦੇ ਉੱਤੇ ਹੀ ਤੀਰਥ ਸਥਾਨ ਜਿਹੜੇ ਸਨ ਉਹ ਬਣ ਗਏ। ਇਹ ਇੱਕ ਮਾਈਥੋਲੋਜੀ ਘਟਨਾ ਜਿਹੜੀ ਹੈ, ਮਿਥ ਘਟਨਾ ਜਿਹੜੀ ਹੈ, ਉਹ ਵੈਦਿਕ ਗ੍ਰੰਥਾਂ ਦੇ ਵਿੱਚੋਂ ਸਾਨੂੰ ਮਿਲ ਜਾਂਦੀ ਹੈ। ਆਪਾਂ
ਕੇਵਲ ਅੰਮ੍ਰਿਤ ਸ਼ਬਦ ਨੂੰ ਹੀ ਸਮਝਣ ਦਾ ਯਤਨ ਕਰਨਾ ਹੈ। ਆਪਾਂ ਇਸ ਪਾਸੇ ਨਹੀਂ ਜਾਣਾ ਵੀ ਉਹ ਤੁਪਕੇ ਕਿੱਥੇ ਡਿੱਗੇ ਤੇ ਕਿੱਥੇ ਤੀਰਥ ਅਸਥਾਨ ਬਣੇ। ਵੈਦਿਕ ਗ੍ਰੰਥਾਂ ਦੇ ਵਿੱਚ ਇਹੋ ਜੀਆਂ ਘਟਨਾਵਾਂ ਇਸ ਸ਼ਬਦ ਦੇ ਪ੍ਰਤੀ ਸਾਨੂੰ ਮਿਲ ਜਾਣਗੀਆਂ। ਇਸਲਾਮਿਕ ਮਤ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਹਨਾਂ ਨੇ ਵੀ ਇਸ ਅੰਮ੍ਰਿਤ ਨੂੰ ਆਬੇ ਹਯਾਤ ਦਾ ਨਾਮ ਦੇ ਕਰਕੇ ਇਸ ਦੀ ਪਰਿਭਾਸ਼ਾ ਨੂੰ ਆਪਣੇ ਮੁਤਾਬਕ ਘੜਿਆ ਹੈ। ਪਰ ਆਪਾਂ ਸਾਧ ਸੰਗਤ ਜੀ ਜਿਹੜੀ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਗੁਰਮਤਿ ਦੇ ਅੰਦਰ ਅੰਮ੍ਰਿਤ ਸ਼ਬਦ ਦੇ ਅਰਥ ਜਿਹੜੇ ਨੇ ਉਹ ਬਿਲਕੁਲ ਨਿਵੇਕਲੇ ਨੇ, ਬੜੇ ਪਿਆਰੇ ਨੇ, ਤੇ ਇਸ ਸ਼ਬਦ ਨੂੰ ਇਸ ਢੰਗ ਦੇ ਨਾਲ ਪਰਿਭਾਸ਼ਿਤ ਨਹੀਂ ਕੀਤਾ ਗਿਆ ਕਿ ਤੁਸੀਂ ਇਸ ਸ਼ਬਦ ਇਸ ਪਦਾਰਥ ਨੂੰ ਪ੍ਰਾਪਤ ਕਰਕੇ ਸਰੀਰਕ ਤੌਰ ਤੇ ਕਿਤੇ ਅਮਰ ਹੋ ਜਾਓਗੇ, ਮ੍ਰਿਤਿੂ ਤੋਂ ਰਹਿਤ ਹੋ ਜਾਓਗੇ। ਸਰੀਰਕ ਤੌਰ ਤੇ ਮ੍ਰਿਤਿੂ ਦੀ ਗੱਲ ਨਹੀਂ ਹੈ, ਬਲਕਿ ਗੁਰਮਤਿ ਨੇ ਇਸ ਨੂੰ ਅਨੇਕਾਂ ਅਰਥਾਂ ਦੇ ਵਿੱਚ ਸਾਡੇ ਸਾਹਮਣੇ ਬਿਆਨਿਆ ਹੈ। ਗੁਰਮਤਿ ਨੇ ਪਰਮਾਤਮਾ ਦੇ ਨਾਮ ਨੂੰ ਅੰਮ੍ਰਿਤ ਕਿਹਾ, ਗੁਰਮਤਿ ਨੇ ਬਾਣੀ ਨੂੰ ਅੰਮ੍ਰਿਤ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸੰਗਤ ਨੂੰ ਅੰਮ੍ਰਿਤ ਦਾ ਸਰ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਭੋਜਨ ਨੂੰ ਅੰਮ੍ਰਿਤ ਕਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੁੱਧ ਨੂੰ ਅੰਮ੍ਰਿਤ ਕਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਨੂੰ ਅੰਮ੍ਰਿਤ ਕਹਿੰਦੀ ਹੈ। ਸੋ ਇਸ ਢੰਗ ਦੇ ਨਾਲ ਬੇਅੰਤ ਅਰਥਾਂ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਗੁਰਮਤਿ ਦੇ ਦਾਇਰੇ ਦੇ ਵਿੱਚ ਆਇਆ ਹੈ। ਆਮ ਤੌਰ ਤੇ ਸਤਿਗੁਰੂ ਜੀ ਦੀ ਬਾਣੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਅੰਮ੍ਰਿਤ ਦੀ ਗੱਲ ਕੀਤੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਾਂ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਨਾਮ ਕੀ ਹੈ? ਇਸ ਨੂੰ ਆਪਾਂ ਬਾਣੀ ਦੇ ਵਿੱਚੋਂ ਜਦੋਂ ਸਮਝਣ ਦਾ ਯਤਨ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਏਕੋ ਨਾਮ ਹੁਕਮ ਹੈ। ਉਸ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਨਾਮ ਹੈ, ਉਹਦਾ ਭਾਣਾ, ਉਹਦੇ ਸਿਸਟਮ ਦੇ ਵਿੱਚ ਆਉਣਾ ਹੀ ਨਾਮ ਨੂੰ ਜਪਣਾ ਹੈ। ਸੋ ਕਹਿਣ ਤੋਂ ਭਾਵ ਗੁਰਮਤਿ ਨੇ ਬੜੇ ਪਿਆਰੇ ਅਰਥ ਜਿਹੜੇ ਨੇ ਉਹ ਇਸ ਸ਼ਬਦ ਦੇ ਕੀਤੇ ਨੇ। ਅੰਮ੍ਰਿਤ ਦੇ ਅਰਥ ਨੇ ਨਾਮ, ਨਾਮ ਦੇ ਅਰਥ ਨੇ ਹੁਕਮ, ਰੱਬ ਦੀ ਰਜ਼ਾ, ਰੱਬ ਦਾ ਭਾਣਾ। ਸੋ ਅੱਜ ਦੀ ਇਸ ਪੌੜੀ ਦੇ ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਨਾਮ ਅੰਮ੍ਰਿਤ ਹੈ ਨਾ, ਜਿਹੜਾ ਗੁਣਾਂ ਦਾ ਅੰਮ੍ਰਿਤ ਹੈ, ਜਿਹੜਾ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣ ਵਾਲਾ ਉਹ ਅੰਮ੍ਰਿਤ ਹੈ। ਇਸ ਅੰਮ੍ਰਿਤ ਦੀ ਲਾਲਸਾ ਵੱਡੇ ਵੱਡੇ ਦੇਵਤੇ, ਮਨੁੱਖ ਤੇ ਮੁਨੀ ਲੋਕ ਆਪਣੇ ਹਿਰਦਿਆਂ ਦੇ ਅੰਦਰ ਲੈ ਕਰਕੇ ਬੈਠੇ ਨੇ, ਵੱਡੇ ਵੱਡੇ। ਵੈਸੇ ਸਤਿਗੁਰੂ ਜੀ ਦੀ ਬਾਣੀ ਨੇ ਤਾਂ ਇੱਥੋਂ ਤੱਕ ਸਾਨੂੰ ਸਾਧ ਸੰਗਤ ਜੀ ਇਹ ਬਖਸ਼ਿਸ਼ ਕੀਤੀ ਹੈ। ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ,
ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਹੀ ਜਿਹੜਾ ਹੈ ਨਾ, ਇਹ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ, ਉਹਦੇ ਨਿਯਮਾਂ ਦੇ ਅੰਦਰ ਹੈ। ਸੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਕਹਿੰਦੇ ਨੇ ਇਸ ਅੰਮ੍ਰਿਤ ਨੂੰ, ਹੁਕਮ ਰੂਪੀ ਅੰਮ੍ਰਿਤ ਨੂੰ, ਨਾਮ ਰੂਪੀ ਅੰਮ੍ਰਿਤ ਨੂੰ, ਹੁਕਮ ਦੇ ਵਿੱਚ ਨਿਯਮਾਂ ਦੇ ਵਿੱਚ ਚੱਲਣ ਵਾਲੇ ਉਸ ਅੰਮ੍ਰਿਤ ਨੂੰ ਵੱਡੇ ਵੱਡੇ ਦੇਵਤੇ, ਮਨੁੱਖ, ਮੁਨੀ ਲੋਕ ਲੱਭਦੇ ਫਿਰਦੇ ਨੇ, ਪਰ ਗੁਰੂ ਸਾਹਿਬ ਜੀ ਨੇ ਗੱਲ ਬੜੀ ਪਿਆਰੀ ਕਹੀ ਹੈ। ਕਹਿਣ ਲੱਗੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਦੇ ਅਰਥ ਨੇ ਉਹ ਅੰਮ੍ਰਿਤ। ਉਹ ਅੰਮ੍ਰਿਤ ਕਿਹੜਾ ਅੰਮ੍ਰਿਤ? ਹੁਕਮ ਰੂਪੀ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ। ਇਹ ਅੰਮ੍ਰਿਤ ਜਿਹੜਾ ਹੈ ਇਹ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਇਸ ਨੂੰ ਖੋਜ ਤਾਂ ਭਾਵੇਂ ਸਾਰੇ ਹੀ ਰਹੇ ਨੇ, ਪਰ ਪ੍ਰਾਪਤ ਜਿਹੜਾ ਹੈ ਇਹ ਗੁਰੂ ਦੇ ਕੋਲੋਂ ਹੋਣਾ ਹੈ। ਗੁਰੂ ਨੇ ਇਹ ਗੱਲ ਸਮਝਾਉਣੀ ਹੈ, ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਗੁਰੂ ਨੇ ਇਹ ਗੱਲ ਸਮਝਾਉਣੀ ਹੈ, ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗੁਰੂ ਨੇ ਇਹ ਗੱਲ ਸਮਝਾਉਣੀ ਹੈ, ਅੰਮ੍ਰਿਤ, ਹੁਕਮ ਰੂਪੀ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਗੁਰੂ ਨੇ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕਰਨੀ ਹੈ। ਇਸੇ ਕਰਕੇ ਜਦੋਂ ਆਪਾਂ ਸਾਧ ਸੰਗਤ ਜੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਗੁਰੂ ਨੂੰ ਦਾਤਾ ਕਿਹਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਟਹਿ ਲੋਏ। ਵੇਖੋ ਬਾਣੀ ਦੇ ਵਿੱਚ ਨਾ ਦੋ ਦਾਤਿਆਂ ਦਾ ਜ਼ਿਕਰ ਹੈ। ਇੱਕ ਦਾਤਾ ਹੈ ਅਕਾਲ ਪੁਰਖ ਪਰਮਾਤਮਾ, ਜਿਨੇ ਸਾਨੂੰ ਇਹ ਦੁਨੀਆ ਦੇ ਅੰਦਰ ਹਰ ਇੱਕ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਤੇ ਇੱਕ ਗੁਰੂ ਵੀ ਦਾਤਾ ਹੈ। ਹਾਲਾਂਕਿ ਭਾਵੇਂ ਬਾਣੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ, ਅਹਿਮੀਅਤ ਬਾਣੀ ਨੇ ਉਸ ਇੱਕੋ ਦਾਤੇ ਨੂੰ ਦਿੱਤੀ ਹੈ। ਸਤਿਗੁਰੂ ਜੀ ਦੀ ਬਾਣੀ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋ ਇਹ ਜਿਹੜੀ ਇੱਕ ਦਾਤੇ ਵਾਲੀ ਗੱਲ ਹੈ, ਇਹ ਹੋਰ ਦ੍ਰਿਸ਼ਟੀਕੋਣ ਤੋਂ ਸਤਿਗੁਰੂ ਜੀ ਸਾਨੂੰ ਕਹਿ ਰਹੇ ਨੇ। ਇਹ ਬਾਹਰੀ ਦ੍ਰਿਸ਼ਟੀਕੋਣ ਤੋਂ ਵੀ ਜੋ ਬਾਹਰੀ ਦਾਤਾਂ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਬਖਸ਼ੀਆਂ ਨੇ, ਪਰ ਗੁਰੂ ਕੀ ਬਾਣੀ ਕਹਿੰਦੀ ਹੈ ਗੁਰ ਦਾਤਾ ਗੁਰ ਹਿਵੈ ਘਰ। ਹੁਣ ਗੁਰੂ ਕਿਵੇਂ ਦਾਤਾ ਹੈ? ਗੁਰੂ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰੂ ਇਸ ਢੰਗ ਦੇ ਨਾਲ ਦਾਤਾ ਹੈ। ਗੁਰੂ ਹੁਕਮ ਦੇ ਵਿੱਚ ਰਹਿਣ ਦੀ ਦਾਤ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕਰਦਾ ਹੈ। ਗੁਰੂ ਅੰਦਰੂਨੀ ਤੌਰ ਤੇ ਇਸ ਢੰਗ ਦੇ ਨਾਲ ਦਾਤਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਜਿਹੜਾ ਹੁਕਮ ਰੂਪੀ ਅੰਮ੍ਰਿਤ ਹੈ, ਭਾਵ ਹੁਕਮ ਦੇ ਵਿੱਚ ਚੱਲਣਾ ਆ ਜਾਵੇ, ਨਿਯਮਾਂ ਦੇ ਵਿੱਚ ਰਹਿਣਾ ਆ ਜਾਵੇ, ਇਹ ਅੰਮ੍ਰਿਤ ਜਿਹੜਾ ਹੈ ਇਹ ਗੁਰੂ ਦੇ ਕੋਲੋਂ ਪ੍ਰਾਪਤ ਹੋਵੇਗਾ। ਤੇਰੇ ਜੀਵਨ ਨੂੰ ਕਿਸੇ ਮਰਿਆਦਾ ਦੇ ਵਿੱਚ ਗੁਰੂ ਨੇ ਲਿਆ ਕੇ ਖੜਾ ਕਰਨਾ ਹੈ। ਤਾਈਓ ਤਾਂ ਸਤਿਗੁਰੂ ਜੀ ਦੀ ਬਾਣੀ ਨੇ ਨਾ ਬੜੀ ਪਿਆਰੀ ਗੱਲ ਕਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿਤੇ ਇਹੋ ਜਿਹਾ ਆਪਣੇ ਜੀਵਨ ਦੇ ਵਿੱਚ ਵਰਤੋਂ ਵਿਹਾਰ ਕਰ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੈ ਤਹ ਜਾਏ, ਨਾਨਕ ਹਸਤੀ ਕੁੰਡੈ ਬਾਹਰਾ। ਫਿਰ ਉਜੜ ਪਾਏ। ਸਤਿਗੁਰੂ ਜੀ ਕਹਿ ਲਗੇ ਹਾਥੀ ਜਿਹੜਾ ਜਿਹਦੇ ਸਿਰ ਦੇ ਉੱਤੇ ਮਹਾਵਤ ਦਾ ਕੁੰਡਾ ਨਹੀਂ ਹੈ ਨਾ, ਉਹ ਹਾਥੀ ਗਾਹ ਪਾ ਦਿੰਦਾ ਹੈ, ਉਹ ਹਾਥੀ ਕੰਟਰੋਲ ਤੋਂ ਬਾਹਰ ਹੈ। ਤੇ ਜਿਹਦੇ ਸਿਰ ਦੇ ਉੱਤੇ ਮਹਾਵਤ ਦਾ ਕੁੰਡਾ ਹੈ, ਉਹ ਹਾਥੀ ਹੈ ਤਾਂ ਭਾਵੇਂ ਬੜਾ ਬਲਵਾਨ, ਪਰ ਉਹ ਕੰਮ ਸਵਾਰਦਾ ਹੈ। ਉਹ ਫਿਰ ਬੜੇ ਸਿਸਟਮ ਦੇ ਵਿੱਚ, ਮਰਿਆਦਾ ਦੇ ਵਿੱਚ ਤੁਰਦਾ ਹੈ। ਉਵੇਂ ਸਤਿਗੁਰੂ ਜੀ ਕਹਿਣ ਲੱਗੇ
ਗੁਰੂ ਦੇ ਗਿਆਨ ਦਾ ਕੁੰਡਾ ਜਿਹੜਾ ਹੈ ਉਹ ਤੇਰੇ ਮਨ ਰੂਪੀ ਹਾਥੀ ਦੇ ਉੱਤੇ ਹੋਵੇ। ਜੇ ਇਹ ਗਿਆਨ ਦਾ ਕੁੰਡਾ ਰਹੇਗਾ ਤੇ ਗੁਰੂ ਤੇਰੇ ਇਸ ਮਨ ਰੂਪੀ ਹਾਥੀ ਨੂੰ ਕਿਸੇ ਮਰਿਆਦਾ ਦੇ ਵਿੱਚ ਲਿਆ ਕੇ ਖੜਾ ਕਰ ਦੇਵੇਗਾ, ਕਿਸੇ ਸਿਸਟਮ ਦੇ ਵਿੱਚ ਲਿਆ ਕੇ ਖੜਾ ਕਰ ਦੇਵੇਗਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਹੁਕਮ ਦੇ ਵਿੱਚ ਰਹਿਣ ਵਾਲਾ ਜਿਹੜਾ ਇਹ ਅੰਮ੍ਰਿਤ ਹੈ ਇਹ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਤੇਰੀ ਜ਼ਿੰਦਗੀ ਨੂੰ ਕਿਸੇ ਮਰਿਆਦਾ ਦੇ ਵਿੱਚ, ਕਿਸੇ ਸਿਸਟਮ ਦੇ ਵਿੱਚ, ਕਿਸੇ ਨਿਯਮਾਂ ਦੇ ਵਿੱਚ ਜੇ ਤੂੰ ਲੈ ਕੇ ਆਉਣਾ ਚਾਹੁੰਦਾ ਹੈ ਤੇ ਇਹ ਗੁਰੂ ਦੇ ਕੋਲੋਂ ਹੀ ਤੈਨੂੰ ਦਾਤ ਮਿਲ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਗੁਰ ਦਾਤਾ ਗੁਰ ਹਿਵੈ ਕਰ। ਤੇ ਇਹੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਬੜੀ ਬੇਬਾਕੀ ਦੇ ਨਾਲ ਇਹ ਗੱਲ ਕਹੀ ਸੀ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਜੀ ਕਹਿਣ ਲੱਗੇ ਜੇ ਗੁਰੂ ਨਹੀਂ ਹੈ ਨਾ ਤੇ ਸੱਚ ਜਾਣੀ ਤੈਨੂੰ ਇਸ ਹੁਕਮ ਰੂਪੀ ਅੰਮ੍ਰਿਤ ਦੀ ਸਮਝ ਨਹੀਂ ਆਉਣੀ, ਨਹੀਂ ਤੈਨੂੰ ਸਮਝ ਆਉਣੀ। ਫਿਰ ਤੇਰੀ ਜ਼ਿੰਦਗੀ ਦੇ ਵਿੱਚ ਘੁੱਪ ਹਨੇਰਾ ਹੈ, ਫਿਰ ਤੈਨੂੰ ਜੀਵਨ ਦੀ ਸਮਝ ਨਹੀਂ ਹੈ, ਕਿਵੇਂ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਹੈ। ਤੇ ਜਿੰਨਾ ਚਿਰ ਹੁਕਮ ਦੀ ਸਮਝ ਨਹੀਂ ਹੈ ਉਹਨਾਂ ਚਿਰ ਤੇਰੀ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਗਿਲੇ ਸ਼ਿਕਵੇ ਰਹਿਣਗੇ, ਤਾਨੇ ਤੇ ਮਿਹਣੇ ਰਹਿਣਗੇ। ਤੇ ਜਿੱਦਣ ਤੇਰੀ ਜ਼ਿੰਦਗੀ ਦੇ ਵਿੱਚ ਇਹ ਸਮਝ ਤੈਨੂੰ ਆ ਗਈ ਹੁਕਮ ਰੂਪੀ ਅੰਮ੍ਰਿਤ ਦੀ, ਸਤਿਗੁਰੂ ਜੀ ਕਹਿ ਲਗੇ ਉਦਣ ਤੂੰ ਆਪਣੀ ਜ਼ੁਬਾਨ ਤੋਂ ਇਹ ਗੱਲ ਕਵੇਂਗਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਪਾਂ ਇਤਿਹਾਸ ਦੇ ਪੰਨੇ ਸਾਧ ਸੰਗਤ ਜੀ ਪੜ੍ਹਦੇ ਹਾਂ, ਕਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਆਪਾਂ ਜੀਵਨ ਨੂੰ ਪੜ੍ਹਨ ਦਾ ਯਤਨ ਕਰੀਏ। ਕੋਈ ਸ਼ੱਕ ਨਹੀਂ, ਅਸੀਂ ਇਹ ਗੱਲਾਂ ਜਿਹੜੀਆਂ ਨੇ ਉਹ ਸਟੇਜਾਂ ਤੋਂ ਬਹੁਤ ਵਾਰੀ ਕਹਿੰਦੇ ਆ ਕਿ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਆਪਣੇ ਜੀਵਨ ਦੇ ਅੰਦਰ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਦਾ ਜਿਹੜਾ ਸੀ ਉਹ ਸਿਧਾਂਤ ਮਨੁੱਖਤਾ ਨੂੰ ਦਿੱਤਾ। ਪਰ ਜਦੋਂ ਉਹਨਾਂ ਦਾ ਸਮੁੱਚਾ ਜੀਵਨ ਪੜ੍ਹੀਏ ਤੇ ਫਿਰ ਇਹ ਪੰਕਤੀਆਂ ਜਿਹੜੀਆਂ ਨੇ ਇਹ ਕੱਲੀਆਂ ਇਹ ਗੁਰੂ ਸਾਹਿਬ ਜੀ ਨੇ ਉਸ ਵੇਲੇ ਨਹੀਂ ਪੜ੍ਹੀਆਂ ਵੀ ਤੱਤੀ ਤਵੀ ਤੇ ਬੈਠ ਕੇ ਉਹ ਇਹ ਪੰਕਤੀਆਂ ਪੜ੍ਹ ਰਹੇ ਨੇ, ਬਲਕਿ ਉਹਨਾਂ ਦੇ ਸਮੁੱਚੇ ਜੀਵਨ ਦੇ ਵਿੱਚ ਇਹ ਪੰਕਤੀਆਂ ਲਾਗੂ ਹੁੰਦੀਆਂ ਨੇ। ਕਦੇ ਇਤਿਹਾਸ ਦੇ ਪੰਨੇ ਪੜ੍ਹੀਏ, ਪੂਰੇ 24 ਸਾਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਨਾਲ ਉਹਨਾਂ ਦਾ ਸਕਾ ਭਰਾ ਭਾਈ ਬਾਬਾ ਪ੍ਰਿਥੀ ਚੰਦ ਉਹ ਵਧੀਕੀਆਂ ਕਰਦਾ ਰਿਹਾ, ਉਹ ਮਨ ਆਈਆਂ ਕਰਦਾ ਰਿਹਾ, ਮਨ ਮਰਜ਼ੀਆਂ ਕਰਦਾ ਰਿਹਾ। ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਜੀਵਨ ਜਿਹੜਾ ਹੈ ਉਹ ਇਸ ਸਿਧਾਂਤ ਦੇ ਉੱਤੇ ਟਿਕਿਆ ਰਿਹਾ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਵਾਂਗੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਹੁਕਮ ਰੂਪੀ ਅੰਮ੍ਰਿਤ ਨੂੰ, ਹੁਕਮ ਦੇ ਵਿੱਚ ਰਹਿਣ ਦੀ ਜਾਚ ਆ ਜਾਵੇ, ਨਿਯਮਾਂ ਦੇ ਅੰਦਰ ਰਹਿਣ ਦੀ ਜਾਚ ਆ ਜਾਵੇ। ਸਤਿਗੁਰੂ ਜੀ ਕਹਿਣ ਲੱਗੇ ਇਸ ਅੰਮ੍ਰਿਤ ਨੂੰ ਮੁਨੀ ਲੋਕ, ਦੇਵਤੇ ਤੇ ਮਨੁੱਖ ਜਿਹੜੇ ਨੇ ਉਹ ਲੱਭ ਰਹੇ ਨੇ, ਪਰ ਇਹ ਅੰਮ੍ਰਿਤ ਗੁਰੂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਤੇ ਜਿੱਦਣ ਸਤਿਗੁਰੂ ਜੀ ਕਹਿਣ ਲੱਗੇ ਇਹ ਅੰਮ੍ਰਿਤ ਦੀ ਦਾਤ ਤੈਨੂੰ ਗੁਰੂ ਦੇ ਕੋਲੋਂ ਮਿਲ ਗਈ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਅੰਮ੍ਰਿਤ ਦੀ ਦਾਤ ਦੇ ਦਿੱਤੀ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਪ੍ਰਾਪਤ ਕਰ ਲਿਆ, ਸੱਚਾ ਮਨ ਵਸਾਇਆ, ਉਦਣ ਸੱਚ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ। ਉਹ ਸਦਾ ਸਥਿਰ ਪਰਮਾਤਮਾ ਜਿਹੜਾ ਹੈ, ਵਾਹਿਗੁਰੂ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ। ਫਿਰ ਜਿੱਦਣ ਉਹਨਾਂ ਨੂੰ ਨਿਯਮਾਂ ਦੀ ਸਮਝ ਲੱਗ ਗਿਆ, ਉਹਨਾਂ ਨੂੰ ਉਸ ਹੁਕਮ ਦਾ ਪਤਾ ਲੱਗ ਗਿਆ, ਫਿਰ ਉਹ ਇਹ ਗੱਲ ਬੜੀ ਬੇਬਾਕੀ ਦੇ ਨਾਲ ਕਹਿੰਦੇ ਨੇ ਮਾਲਕ ਜੀ ਸਾਰੇ ਜੀਵ ਜੰਤੂ ਜਿਹੜੇ ਨੇ ਇਹ ਤੁਹਾਡੇ ਪੈਦਾ ਕੀਤੇ ਹੋਏ ਨੇ, ਇੱਕ ਵੇਖ ਪਰਸਨ ਆਇਆ। ਤੇ ਕਈ ਲੋਕ ਜਿਹੜੇ ਨੇ ਉਹ ਗੁਰੂ ਦਾ ਦੀਦਾਰ ਕਰਕੇ,
ਗੁਰੂ ਦੇ ਚਰਨਾਂ ਨੂੰ ਛੂਹਣ ਦੇ ਲਈ ਗੁਰੂ ਦੇ ਕੋਲ ਆਉਂਦੇ ਨੇ। ਜਦੋਂ ਉਹਨਾਂ ਨੂੰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨਜ਼ਰ ਆਉਂਦਾ ਹੈ, ਜਦੋਂ ਗੁਰੂ ਦੇ ਇਹ ਸਿਧਾਂਤ, ਇਹ ਨਿਯਮ ਉਹਨਾਂ ਨੂੰ ਪਤਾ ਲੱਗਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਆ ਗਿਆ ਨਾ, ਜਿਨ੍ਹਾਂ ਦੇ ਅੰਦਰ ਹੁਕਮ ਰੂਪੀ ਅੰਮ੍ਰਿਤ ਆ ਗਿਆ, ਲੱਭ ਲੋਭ ਅਹੰਕਾਰ ਚੁੱਕਾ, ਫਿਰ ਉਹਨਾਂ ਦੇ ਜੀਵਨ ਦੇ ਵਿੱਚੋਂ ਲਾਲਚ ਤੇ ਹੰਕਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸਤਿਗੁਰੂ ਭਲਾ ਪਾਇਆ, ਫਿਰ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ। ਫਿਰ ਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ। ਕਿਉਂ? ਕਿਉਂਕਿ ਹੁਣ ਗੁਰੂ ਨੇ ਉਹਨਾਂ ਦੇ ਅੰਦਰ ਉਹ ਹੁਕਮ ਰੂਪੀ ਜਿਹੜਾ ਸੀ ਉਹ ਅੰਮ੍ਰਿਤ ਟਿਕਾ ਦਿੱਤਾ ਹੈ। ਸਤਿਗੁਰੂ ਭਲਾ ਪਾਇਆ ਤੇ ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿ ਨਾਨਕ ਜਿਸ ਨੂੰ ਆਪ ਦੁੱਠਾ। ਨਾਨਕ ਇਹ ਗੱਲ ਆਖਦਾ ਹੈ ਜਿਸ ਦੇ ਉੱਤੇ ਉਹ ਅਕਾਲ ਪੁਰਖ ਪਰਮਾਤਮਾ ਆਪ ਕਿਰਪਾ ਕਰਦਾ ਹੈ, ਪ੍ਰਸੰਨ ਹੁੰਦਾ ਹੈ। ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਤਿੰਨ ਦੇ ਅਰਥੇ ਨੇ ਉਸ ਵਿਅਕਤੀ ਨੇ, ਉਸੇ ਮਨੁੱਖ ਨੇ ਗੁਰੂ ਦੇ ਕੋਲੋਂ ਇਸ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਇਸ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਹੈ ਕਿਹੜੇ ਵਿਅਕਤੀ ਨੇ? ਜਿਹਦੇ ਉੱਤੇ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਹੋ ਗਿਆ ਹੈ। ਤੇ ਕਿਹੜਾ ਅੰਮ੍ਰਿਤ ਉਹਨੇ ਪ੍ਰਾਪਤ ਕੀਤਾ ਹੈ? ਨਾਮ ਦਾ ਅੰਮ੍ਰਿਤ, ਹੁਕਮ ਦੇ ਵਿੱਚ ਰਹਿਣ ਵਾਲਾ ਇਹ ਅੰਮ੍ਰਿਤ ਜਿਹੜਾ ਹੈ ਉਹਨੇ ਫਿਰ ਗੁਰੂ ਦੇ ਕੋਲੋਂ ਪ੍ਰਾਪਤ ਕਰ ਲਿਆ ਹੈ। ਭਾਵ ਫਿਰ ਉਹਦਾ ਜੀਵਨ ਜਿਹੜਾ ਹੈ ਉਹ ਗੁਰੂ ਦੇ ਹੁਕਮ ਦੇ ਮੁਤਾਬਕ ਤੇ ਰੱਬੀ ਨਿਯਮਾਂ ਦੇ ਮੁਤਾਬਕ ਬਤੀਤ ਹੁੰਦਾ ਹੈ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਭਾਵੇਂ ਕੋਈ ਦੁੱਖ ਹੁੰਦਾ ਹੈ ਤੇ ਭਾਵੇਂ ਕੋਈ ਸੁੱਖ ਹੁੰਦਾ ਹੈ, ਉਹ ਦੋਵਾਂ ਅਵਸਥਾਵਾਂ ਦੇ ਵਿੱਚ ਇੱਕੋ ਜੀ, ਇਸ ਦੋਵਾਂ ਹਾਲਾਤਾਂ ਦੇ ਵਿੱਚ ਇੱਕੋ ਜੀ ਅਵਸਥਾ ਦੇ ਵਿੱਚ ਰਹਿੰਦੇ ਨੇ। ਫਿਰ ਉਹਨਾਂ ਦੇ ਜੀਵਨ ਦੇ ਅੰਦਰ ਇੱਕੋ ਹੀ ਗੱਲ ਜਿਹੜੀ ਹੈ ਉਹ ਵਸੀ ਰਹਿੰਦੀ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਆਓ ਗੁਰੂ ਕਿਰਪਾ ਕਰੇ ਅਸੀਂ ਵੀ ਇਸ ਅੰਮ੍ਰਿਤ ਦੀ ਦਾਤ ਜਿਹੜੀ ਉਹ ਗੁਰੂ ਦੇ ਕੋਲੋਂ ਪ੍ਰਾਪਤ ਕਰ ਲਈਏ। ਕੋਈ ਸ਼ੱਕ ਨਹੀਂ, ਖੰਡੇ ਬਾਟੇ ਦੀ ਪੋਲ ਨੂੰ ਅਸੀਂ ਅੰਮ੍ਰਿਤ ਦਾ ਨਾਮ ਦਿੱਤਾ ਹੈ, ਪਰ ਖਿਮਾ ਕਰਨਾ, ਅੱਜ ਬਹੁਤਾਂਤ ਮੇਰੇ ਵਰਗੇ ਜਿਹੜੇ ਨੇ ਪਹਿਲੀ ਗੱਲ ਤਾਂ ਖੰਡੇ ਬਾਟੇ ਦੀ ਪੋਲ ਲੈਣ ਦੇ ਲਈ ਤਿਆਰ ਨਹੀਂ, ਤੇ ਜੇ ਅਸੀਂ ਤਿਆਰ ਹੋ ਵੀ ਜਾਂਦੇ ਹਾਂ ਤੇ ਫਿਰ ਦੁੱਖਾਂ ਤੇ ਸੁੱਖਾਂ ਤੋਂ ਇੰਨੇ ਕੁ ਘਬਰਾ ਜਾਂਦੇ ਹਾਂ ਵੀ ਸਾਨੂੰ ਰੱਬ ਦੇ ਉਸ ਸਿਸਟਮ ਦੇ ਵਿੱਚ ਰਹਿਣ ਦੀ ਜਾਚ ਹੀ ਨਹੀਂ ਆਉਂਦੀ, ਸਾਨੂੰ ਹੁਕਮ ਦਾ ਪਤਾ ਹੀ ਨਹੀਂ ਲੱਗਦਾ। ਫਿਰ ਅਸੀਂ ਡੋਲਦੇ ਹੋਏ ਕਦੇ ਕਿਸੇ ਬਾਬੇ ਦੇ ਕੋਲ, ਕਦੇ ਕਿਸੇ ਡੇਰੇਦਾਰ ਦੇ ਕੋਲ, ਕਦੇ ਕਿਸੇ ਜੋਤਸ਼ੀ ਤੇ ਕਦੇ ਕਿਸੇ ਪਾਂਦੇ ਦੇ ਕੋਲ ਅਸੀਂ ਦੌੜੇ ਫਿਰਦੇ ਹਾਂ। ਸੋ ਗੁਰੂ ਕਿਰਪਾ ਕਰੇ, ਆਓ ਜੇ ਅਸੀਂ ਖੰਡੇ ਬਾਟੇ ਦੀ ਪੋਲ ਰੂਪੀ ਅੰਮ੍ਰਿਤ ਛਕ ਲਿਆ ਹੈ, ਉੱਥੇ ਅਸੀਂ ਹੁਕਮ ਰੂਪੀ ਅੰਮ੍ਰਿਤ ਨੂੰ ਵੀ ਛਕੀਏ, ਬਾਣੀ ਰੂਪੀ ਅੰਮ੍ਰਿਤ ਨੂੰ ਛਕੀਏ, ਉੱਥੇ ਨਾਮ ਰੂਪੀ ਅੰਮ੍ਰਿਤ ਨੂੰ ਛਕੀਏ। ਜਿੱਦਣ ਅਸੀਂ ਇਹ ਅੰਮ੍ਰਿਤ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ, ਉਦਣ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ। ਉਦਣ ਹੋਣਗੇ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।